स्टूडेंट्स नमस्कार। ਅੱਜ ਅਸੀਂ ਕਰਾਂਗੇ ਸਟਾਕ ਜਾਂ ਸਟਾਕ ਇਨ ਟ੍ਰੇਡ, ਯਾਨੀ ਕਿ ਸਟਾਕ ਕਿਹਨੂੰ ਕਹਿੰਦੇ ਆ, ਸਟਾਕ ਕਿਹਨੂੰ ਕਹਿੰਦੇ ਆ। Stock includes the value of those goods which are purchased for reselling and which are laying unsold and the end of accounting period. Stock may be of two types. ਸਟੂਡੈਂਟਸ ਸਪੋਜ਼ ਅਸੀਂ ਕੋਈ ਬਿਜ਼ਨਸ ਕਰ ਰਹੇ ਹਾਂ, ਅਸੀਂ ਗੁੱਡਸ ਖਰੀਦੀਆਂ 50 ਯੂਨਿਟ ਗੁੱਡਸ ਦੇ ਖਰੀਦੇ, 50 ਯੂਨਿਟ ਦੇ ਵਿੱਚੋਂ 35 ਯੂਨਿਟ 35 ਯੂਨਿਟ ਸੇਲ ਕਰਤੇ ਤਾਂ ਸਾਡੇ ਕੋਲ ਬਾਕੀ ਕਿੰਨੇ ਯੂਨਿਟ ਰਹਿ ਗਏ? 15 ਯੂਨਿਟ। ਉਸ 15 ਯੂਨਿਟ ਨੂੰ ਅਸੀਂ ਕੀ ਕਹਾਂਗੇ? ਸਟਾਕ। ਸਟੂਡੈਂਟਸ ਜਿੰਨੀਆਂ ਚੀਜ਼ਾਂ ਵੇਚ ਦਈਏ, ਵਿਕਣ ਤੋਂ ਬਾਅਦ ਜਿੰਨੀਆਂ ਬਾਕੀ ਰਹਿ ਜਾਣ ਉਸ ਨੂੰ ਅਸੀਂ ਸਟਾਕ ਦੇ ਨਾਂ ਨਾਲ ਜਾਣਦੇ ਹਾਂ। ਅਸੀਂ ਕੋਈ ਦੁਕਾਨ ਚਲਾ ਰਹੇ ਹਾਂ, ਅਸੀਂ ਸਮਾਨ ਖਰੀਦਿਆ, ਜਿੰਨਾ ਸਮਾਨ ਵਿਕ ਗਿਆ ਦੈਟ ਇਜ਼ ਓਕੇ, ਔਰ ਜਿੰਨਾ ਬਚ ਗਿਆ ਉਹ ਸਾਡੇ ਕੋਲ ਕੀ ਹੈ? ਸਟਾਕ ਰਹਿ ਜਾਂਦਾ ਹੈ, ਅਸੀਂ ਉਸ ਨੂੰ ਸਟਾਕ ਕਹਿੰਦੇ। ਸਟਾਕ ਅੱਗੇ ਦੋ ਤਰ੍ਹਾਂ ਨਾਲ ਹੁੰਦਾ ਹੈ। ਸਭ ਤੋਂ ਪਹਿਲਾਂ ਓਪਨਿੰਗ ਸਟਾਕ। ਓਪਨਿੰਗ ਸਟਾਕ ਮੀਨਸ ਦੀ ਵੈਲਿਊ ਆਫ ਗੁੱਡਸ ਲੇਇੰਗ ਅਨਸੋਲਡ ਐਟ ਦੀ ਬਿਗਿਨਿੰਗ ਆਫ ਦੀ ਅਕਾਊਂਟਿੰਗ ਪੀਰੀਅਡ। ਆਮ ਤੌਰ 'ਤੇ ਅਸੀਂ ਅਕਾਊਂਟਿੰਗ ਪੀਰੀਅਡ ਨੂੰ 1 ਅਪ੍ਰੈਲ ਤੋਂ ਸ਼ੁਰੂ ਕਰਦੇ ਹਾਂ ਔਰ ਅਗਲੇ ਸਾਲ ਦੀ 31 ਮਾਰਚ ਤੱਕ 12 ਮਹੀਨੇ ਕਾਊਂਟ ਕਰਦੇ ਹਾਂ। ਯਾਨੀ ਕਿ ਜਦੋਂ 1 ਅਪ੍ਰੈਲ ਸੀ ਅਕਾਊਂਟਿੰਗ ਈਅਰ ਦੀ, ਅਤੇ ਸਾਡੇ ਕੋਲ ਜਿੰਨਾ ਸਟਾਕ ਪਿਆ ਸੀ ਦੈਟ ਇਜ਼ ਓਪਨਿੰਗ ਸਟਾਕ। ਹੁਣ 1 ਅਪ੍ਰੈਲ ਤੋਂ ਸਾਲ ਸ਼ੁਰੂ ਹੋਇਆ, ਉਦੋਂ ਜਦੋਂ ਸਟਾਕ ਪਿਆ ਸੀ ਉਹ ਓਪਨਿੰਗ ਸਟਾਕ ਹੋਇਆ। ਹੁਣ ਸਾਡਾ ਇਹ ਅਕਾਊਂਟਿੰਗ ਪੀਰੀਅਡ ਯਾਨੀ ਕਿ ਇਹ ਸਾਲ ਖਤਮ ਹੋ ਗਿਆ ਅਗਲੇ ਸਾਲ ਦੀ 31 ਮਾਰਚ ਨੂੰ, ਤਾਂ ਉਹ ਸਾਡੇ ਕੋਲ ਕੀ ਹੋ ਜਾਏਗਾ? ਕਲੋਜਿੰਗ ਸਟਾਕ ਦੀ ਵੈਲਿਊ ਆਫ ਗੁੱਡਸ ਲੇਇੰਗ ਅਨਸੋਲਡ ਐਟ ਦੀ ਐਂਡ ਆਫ ਦੀ ਅਕਾਊਂਟਿੰਗ ਪੀਰੀਅਡ। ਜਿਹੜੀ ਕਿ ਬਕਾਇਆ ਪਈਆਂ ਨੇ, ਜਿਹੜੀਆਂ ਕਿ ਵਿਕੀਆਂ ਨਹੀਂ, ਅਸੀਂ ਉਹਨਾਂ ਨੂੰ ਅਨਸੋਲਡ ਕਹਿੰਦੇ ਆ। ਜਿਹੜੀ ਕਿ ਲਾਸਟ ਦੇ ਵਿੱਚ ਸਾਡੇ ਕੋਲ ਵਿਕੀਆਂ ਨਹੀਂ। ਅਕਾਊਂਟਿੰਗ ਈਅਰ ਦਾ ਲਾਸਟ ਕਦੋਂ ਗਿਣਾਂਗੇ ਅਸੀਂ? 31 ਮਾਰਚ ਨੂੰ। ਯਾਨੀ ਕਿ 31 ਮਾਰਚ ਨੂੰ ਜਿਹੜੀਆਂ ਬਾਕੀ ਗੁੱਡਸ ਬਚ ਗਈਆਂ, ਜਿਹੜੀਆਂ ਅਨਸੋਲਡ ਨੇ ਡੀਅਰ ਸਟੂਡੈਂਟਸ, ਉਸ ਨੂੰ ਅਸੀਂ ਕਲੋਜਿੰਗ ਸਟਾਕ ਨਾਲ ਜਾਣਦੇ ਹਾਂ। ਹੁਣ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ ਕਿ ਦੱਸੋ ਸਟਾਕ ਕਿੰਨੀ ਤਰ੍ਹਾਂ ਦਾ, ਤਾਂ ਅਸੀਂ ਕਹਾਂਗੇ ਓਪਨਿੰਗ ਸਟਾਕ ਤੇ ਕਲੋਜਿੰਗ ਸਟਾਕ। ਇਹ ਤਾਂ ਸੀ ਛੋਟਾ ਜਿਹਾ ਟੌਪਿਕ ਸਟਾਕ। ਇਸ ਤੋਂ ਅੱਗੇ ਥੋੜ੍ਹੀ ਜਿਹੀ ਵਾਈਡਰ ਟਰਮ ਦੈਨ ਸਟਾਕ ਇਜ਼ ਇਨਵੈਂਟਰੀ। ਹੁਣ ਅਸੀਂ ਇਨਵੈਂਟਰੀ ਕੀ ਹੈ ਇਹਨੂੰ ਪੜ੍ਹਾਂਗੇ, ਫਿਰ ਲਾਸਟ 'ਤੇ ਸਟਾਕ ਅਤੇ ਇਨਵੈਂਟਰੀ 'ਚ ਕੀ ਫਰਕ ਹੈ ਉਹਦੀ ਡਿਸਕਸ਼ਨ ਕਰਾਂਗੇ। ਇਨ ਕੇਸ ਆਫ ਮੈਨੂਫੈਕਚਰਰ ਦੇਅਰ ਕੈਨ ਬੀ ਓਪਨਿੰਗ ਐਂਡ ਕਲੋਜਿੰਗ ਇਨਵੈਂਟਰੀ ਐਜ਼ ਅੰਡਰ। ਜਦੋਂ ਮੈਂ ਵਰਡ ਇਨਵੈਂਟਰੀ ਬੋਲ ਰਿਹਾ ਅਤੇ ਕਾਮਨ ਸੈਂਸ ਇਹ ਨਾਲ ਲੈ ਕੇ ਚੱਲਣਾ ਹੈ ਕਿ ਇਨਵੈਂਟਰੀ ਓਪਨਿੰਗ ਐਂਡ ਕਲੋਜਿੰਗ, ਯਾਨੀ ਕਿ ਪੈਰਲਰ ਚੱਲਣਗੀਆਂ, ਨਾਲੇ ਓਪਨਿੰਗ ਨਾਲੇ ਕਲੋਜਿੰਗ। ਅਤੇ ਓਪਨਿੰਗ ਕਲੋਜਿੰਗ ਕੀ ਹੁੰਦਾ ਉਹ ਅਸੀਂ ਸਮਝ ਲਿਆ, ਸਾਲ ਦੇ ਸ਼ੁਰੂ ਵਾਲਾ ਓਪਨਿੰਗ ਅਤੇ ਸਾਲ ਦੇ ਐਂਡ ਵਾਲਾ ਕਲੋਜਿੰਗ। ਹੁਣ ਅਸੀਂ ਇਨਵੈਂਟਰੀ ਨੂੰ ਅੱਗੇ ਅਲੱਗ-ਅਲੱਗ ਪਾਰਟ ਵਿੱਚ ਵੰਡਾਂਗੇ। ਇਨਵੈਂਟਰੀ ਆਫ ਰॉ ਮਟੀਰੀਅਲ। ਹੁਣ ਅਸੀਂ ਥੋੜ੍ਹੀ ਜਿਹੀ ਫੀਲਿੰਗ ਲੈਂਦੇ ਹਾਂ ਕਿ ਸਾਡੀ ਇੱਕ ਬੜੀ ਵੱਡੀ ਫੈਕਟਰੀ ਹੈ, ਅਸੀਂ ਇੱਕ ਬੜੇ ਵੱਡੀ ਫੈਕਟਰੀ ਦੇ ਮਾਲਕ ਹਾਂ, ਅਤੇ ਅਸੀਂ ਕੀ ਕੀਤਾ? ਸਪੋਜ਼ ਸਾਡੇ ਕੋਲ ਕਲੌਥ ਮਿਲ ਹੈ, ਕੱਪੜਾ ਬਣਾਉਣ ਵਾਲੀ ਇੱਕ ਬੜੀ ਵੱਡੀ ਫੈਕਟਰੀ ਹੈ, ਮਿਲ ਲਗਾਈ ਹੋਈ ਹੈ ਅਸੀਂ। ਤਾਂ ਅਸੀਂ ਜਦੋਂ ਕੱਪੜਾ ਬਣਾਉਣਾ ਹੈ ਅਤੇ ਅਸੀਂ ਕੱਚਾ ਮਾਲ ਖਰੀਦਾਂਗੇ। ਕੱਚੇ ਮਾਲ ਨੂੰ ਕਹਿੰਦੇ ਹਾਂ ਰॉ ਮਟੀਰੀਅਲ। ਹੁਣ ਕੱਪੜੇ ਵਾਸਤੇ ਰॉ ਮਟੀਰੀਅਲ ਕੀ ਹੈ? ਕੋਟਨ। ਅਸੀਂ ਕੋਟਨ ਖਰੀਦਾਂਗੇ। ਪਹਿਲਾਂ ਇਹਦੇ ਬਾਰੇ ਪੜ੍ਹਦੇ ਹਾਂ, ਫਿਰ ਐਗਜ਼ਾਮਪਲ ਕੋਡ ਕਰਦੇ ਹਾਂ। ਇਟ ਇਨਕਲੂਡਸ ਦੀ ਇਨਵੈਂਟਰੀ ਆਫ ਰॉ ਮਟੀਰੀਅਲਸ ਪਰਚੇਜ਼ ਫਾਰ ਯੂਜ਼ਿੰਗ ਦੈਮ ਇਨ ਦੀ ਪ੍ਰੋਡਕਟਸ ਮੈਨੂਫੈਕਚਰਡ ਬਟ ਸਟਿਲ ਲੇਇੰਗ ਅਨਯੂਜ਼ਡ। ਹੁਣ ਬੇਟਾ ਜੀ ਮਾਈ ਡੀਅਰ ਸਟੂਡੈਂਟਸ, ਅਸੀਂ ਸਪੋਜ਼ ਕੋਟਨ ਹੀ ਖਰੀਦ ਲਈ। ਕੋਟਨ ਸਾਡੇ ਵਾਸਤੇ ਕੀ ਹੈ? ਰॉ ਮਟੀਰੀਅਲ। ਅਸੀਂ ਉਹਨੂੰ ਜਿੰਨਾ ਯੂਜ਼ ਕਰ ਲਿਆ ਦੈਟ ਇਜ਼ ਓਕੇ, ਜਿੰਨਾ ਬਾਕੀ ਬਚ ਗਿਆ ਉਹ ਸਾਡੀ ਕੀ ਹੈ? ਇਨਵੈਂਟਰੀ ਸਟਾਕ ਹੈ। ਅੱਗੇ ਸਟਾਕ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਦੋ ਤਰ੍ਹਾਂ ਦਾ ਹੈ, ਇੱਕ ਓਪਨਿੰਗ ਸਟਾਕ ਅਤੇ ਇੱਕ ਕਲੋਜਿੰਗ ਸਟਾਕ। ਯਾਨੀ ਕਿ ਅਸੀਂ ਜਿੰਨਾ ਕੱਚਾ ਮਾਲ ਖਰੀਦਦੇ ਹਾਂ ਉਹਦੇ ਵਿੱਚੋਂ ਜਿੰਨਾ ਯੂਜ਼ ਕਰ ਲਿਆ, ਜਿੰਨਾ ਅਨਯੂਜ਼ਡ ਹੈ ਦੈਟ ਇਜ਼ ਆਵਰ ਇਨਵੈਂਟਰੀ। ਔਰ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਇਨਵੈਂਟਰੀ ਇਜ਼ ਆਫ ਟੂ ਟਾਈਪ, ਵਨ ਇਜ਼ ਓਪਨਿੰਗ ਐਂਡ ਸੈਕਿੰਡ ਇਜ਼ ਕਲੋਜਿੰਗ। ਨੰਬਰ 2 ਇਨਵੈਂਟਰੀ ਦੇ ਵਿੱਚ ਆਉਂਦਾ ਹੈ ਇਨਵੈਂਟਰੀ ਆਫ ਵਰਕ ਇਨ ਪ੍ਰੋਗਰੈਸ। ਵਰਕ ਇਨ ਪ੍ਰੋਗਰੈਸ ਕੀ ਹੈ? ਇਟ ਇਜ਼ ਆਲਸੋ ਟਰਮਡ ਐਜ਼ ਇਨਵੈਂਟਰੀ ਆਫ ਪਾਰਟਲੀ
ਫਿਨਿਸ਼ ਗੁੱਡਸ, ਯਾਨੀ ਕਿ ਨਾ ਤਾਂ ਉਹ ਕੱਚਾ ਮਾਲ ਹੈ ਨਾ ਉਹ ਪੱਕਾ ਮਾਲ ਹੈ, ਯਾਨੀ ਕਿ ਨਾ ਤਾਂ ਉਹ ਰਾ ਮਟੀਰੀਅਲ ਹੈ ਨਾ ਉਹ ਫਿਨਿਸ਼ ਗੁੱਡਸ ਨੇ। ਵਿਚਕਾਰ ਵਾਲਾ ਜਿਹੜਾ ਪ੍ਰੋਡਕਸ਼ਨ ਹੈ ਦੈਟ ਕਾਲਡ ਵਰਕ ਇਨ ਪ੍ਰੋਗਰੈਸ। ਇਟ ਮੀਨਸ ਗੁੱਡਸ ਇਨ ਸੈਮੀ ਫਿਨਿਸ਼ ਫਾਰਮ। ਇਸ ਨੂੰ ਅਸੀਂ ਵਰਕ ਇਨ ਪ੍ਰੋਗਰੈਸ ਨੂੰ ਸੈਮੀ ਫਿਨਿਸ਼ਡ ਗੁੱਡਸ ਦੇ ਨਾਮ ਨਾਲ ਵੀ ਜਾਣਦੇ ਹਾਂ। ਸੱਚ ਗੁੱਡਸ ਨੀਡ ਫਰਦਰ ਪ੍ਰੋਸੈਸਿੰਗ ਫਾਰ ਕਨਵਰਟਿੰਗ ਇਨਟੂ ਫਿਨਿਸ਼ਡ ਪ੍ਰੋਡਕਟਸ। ਅੱਗੇ ਇਹਦੇ ਲਈ ਹੋਰ ਪ੍ਰੋਸੈਸਿੰਗ ਦੀ ਲੋੜ ਹੁੰਦੀ ਹੈ ਤਾਂ ਕਿ ਅਸੀਂ ਇਸ ਨੂੰ ਤਿਆਰ ਮਾਲ ਬਣਾ ਸਕੀਏ। ਹੁਣ ਐਗਜ਼ਾਮਪਲ ਪਹਿਲੇ ਵਾਲੀ ਕੋਟ ਕਰਦੇ ਹਾਂ। ਇਨ ਕੇਸ ਆਫ cloth mills, the value of threads and unfinished cloth will be the inventory of work in progress. Dear students, ਅਸੀਂ ਕੋਟਨ ਤੋਂ ਥਰੈਡ ਬਣਾਤਾ, ਥਰੈਡ ਤੋਂ ਅਸੀਂ ਫਿਰ ਕੱਪੜੇ ਨੂੰ ਬੁਣ ਰਹੇ ਹਾਂ, ਕੱਪੜੇ ਨੂੰ ਬਣਾ ਰਹੇ ਹਾਂ, ਅਜੇ ਉਹਨੂੰ ਫਾਈਨਲ ਟੱਚ ਨਹੀਂ ਦਿੱਤਾ, ਉਹਦੀ ਅਜੇ ਕਲਰਿੰਗ ਨਹੀਂ ਕੀਤੀ, ਅਜੇ ਸਾਡੇ ਕੋਲ ਕੱਪੜਾ ਵਾਈਟ ਹੀ ਪਿਆ, ਯਾਨੀ ਕਿ ਉਹ ਕੀ ਹੈ ਅੰਡਰ ਪ੍ਰੋਸੈਸ ਹੈ, ਯਾਨੀ ਕਿ ਉਹ ਵਾਲਾ ਪ੍ਰੋਡਕਟ ਜਿਹੜਾ ਅੰਡਰ ਪ੍ਰੋਸੈਸ ਹੈ, ਨਾ ਉਹ ਕੱਚਾ ਮਾਲ ਹੈ ਨਾ ਉਹ ਪੱਕਾ ਮਾਲ ਹੈ, ਉਸ ਨੂੰ ਅਸੀਂ ਵਰਕ ਇਨ ਪ੍ਰੋਗਰੈਸ ਦੇ ਨਾਮ ਨਾਲ ਜਾਣਦੇ ਹਾਂ। ਨੈਕਸਟ ਟਾਈਪ ਹੈ ਸਾਡੇ ਕੋਲ ਥਰਡ, ਇਨਵੈਂਟਰੀ ਆਫ ਫਿਨਿਸ਼ਡ ਗੁੱਡਸ, ਤਿਆਰ ਮਾਲ। ਇਟ ਇਨਕਲੂਡਸ ਦ ਇਨਵੈਂਟਰੀ ਆਫ ਦੋਜ਼ ਗੁੱਡਸ ਵਿਚ ਹੈਵ ਬੀਨ ਕੰਪਲੀਟਲੀ ਪ੍ਰੋਸੈਸਡ ਐਂਡ ਰੈਡੀ ਫਾਰ ਸੇਲ ਬਟ ਆਰ ਲੇਇੰਗ ਅਨਸੋਲਡ ਐਟ ਦੀ ਐਂਡ ਆਫ ਅਕਾਊਂਟਿੰਗ ਪੀਰੀਅਡ। ਬਿਲਕੁਲ ਮਾਲ ਤਿਆਰ ਹੈ, ਅਸੀਂ ਉਹਨੂੰ ਵੇਚਣ ਲਈ ਤਿਆਰ ਹਾਂ, ਬਟ ਸਾਡੇ ਕੋਲ ਅਜੇ ਉਹ ਸਟਾਕ ਵਿੱਚ ਪਿਆ ਹੈ, ਇਸ ਵਾਸਤੇ ਅਸੀਂ ਉਹਨੂੰ ਕੀ ਕਹਿੰਦੇ ਹਾਂ ਇਨਵੈਂਟਰੀ ਆਫ ਫਿਨਿਸ਼ਡ ਗੁੱਡਸ। ਇਨ ਕੇਸ ਕਲੌਥ ਮਿਲਸ ਦੀ ਵੈਲਿਊ ਆਫ ਫਿਨਿਸ਼ਡ ਕਲੌਥ ਵਿਲ ਬੀ ਦੀ ਵੈਲਿਊ ਆਫ ਇਨਵੈਂਟਰੀ ਆਫ ਫਿਨਿਸ਼ਡ ਗੁੱਡਸ। ਜਿੰਨੀਆਂ ਸਾਡੇ ਕੋਲ ਤਿਆਰ ਮਾਲ ਹੈ, ਜਿੰਨੀ ਉਹਦੀ ਵੈਲਿਊ ਹੈ, ਉਨੀ ਸਾਡੇ ਕੋਲ ਫਿਨਿਸ਼ਡ ਗੁੱਡਸ ਦੀ ਇਨਵੈਂਟਰੀ ਦੀ ਵੈਲਿਊ ਹੋਏਗੀ। ਸਟੂਡੈਂਟਸ, ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਪੜ੍ਹ ਚੁੱਕੇ ਹਾਂ ਇਨਵੈਂਟਰੀ ਆਫ ਸਟਾਕ ਇਨ ਟ੍ਰੇਡ। ਹੁਣ ਵਪਾਰ ਕਰਨ ਲਈ ਜਿਹੜੀ ਸਾਡੇ ਕੋਲ ਇਨਵੈਂਟਰੀ ਹੈ, ਇਟ ਇਨਕਲੂਡਸ ਦੀ ਵੈਲਿਊ ਆਫ ਦੋਜ਼ ਗੁੱਡਸ ਵਿਚ ਆਰ ਪਰਚੇਜ਼ਡ ਫॉर ਰੀਸੈਲਿੰਗ। ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਕਿ ਵਾਟ ਇਜ਼ ਸਟਾਕ ਇਨ ਟ੍ਰੇਡ, ਜਿਹੜਾ ਅਸੀਂ ਗੁੱਡਸ ਖਰੀਦੀਆਂ ਨੇ ਕਿ ਵਾਸਤੇ ਰੀਸੈਲਿੰਗ ਕਰਨ ਵਾਸਤੇ, ਵੇਚਣ ਵਾਸਤੇ, ਤਾਂ ਉਸ ਨੂੰ ਅਸੀਂ ਇਨਵੈਂਟਰੀ ਆਫ ਸਟਾਕ ਇਨ ਟ੍ਰੇਡ ਕਹਿੰਦੇ ਹਾਂ। ਹੁਣ ਅਸੀਂ ਸਟਾਕ ਵੀ ਪੜ੍ਹ ਰਿਹਾ, ਹੁਣ ਅਸੀਂ ਇਨਵੈਂਟਰੀ ਵੀ ਪੜ੍ਹ ਰਿਹਾ। ਆਮ ਤੌਰ 'ਤੇ ਸਟਾਕ ਅਤੇ ਇਨਵੈਂਟਰੀ ਨੂੰ ਸੇਮ ਚੀਜ਼ ਬਣ ਕੇ ਚੱਲਿਆ ਜਾਂਦਾ ਹੈ। ਇੱਕ ਲੇਮੈਨ ਵਾਸਤੇ ਸਟਾਕ ਐਂਡ ਇਨਵੈਂਟਰੀ ਸੇਮ ਚੀਜ਼ ਹੈ, ਬਟ ਬੀਇੰਗ ਏ ਸਟੂਡੈਂਟਸ ਆਫ ਅਕਾਊਂਟੈਂਸੀ, ਬੀਇੰਗ ਏ ਸਟੂਡੈਂਟ ਆਫ ਕਮਰਸ, ਇਹਨਾਂ ਵਿੱਚ ਕਾਫੀ ਡਿਫਰੈਂਸ ਹੈ। ਆਓ ਆਪਾਂ ਇਸ ਨੂੰ ਡਿਫਰੈਂਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਸਟਾਕ ਰੈਫਰਸ ਓਨਲੀ ਟੂ ਦੀ ਵੈਲਿਊ ਆਫ ਦੋਜ਼ ਗੁੱਡਸ which are purchased for reselling. Dear student, ਸਟਾਕ ਸਿਰਫ ਉਸ ਨੂੰ ਕਹਿੰਦੇ ਆ ਉਹ ਵਾਲੀਆਂ ਗੁੱਡਸ ਜਿਹੜੀਆਂ ਅਸੀਂ ਬਣੀਆਂ ਬਣਾਈਆਂ ਕਿਧਰੋਂ ਖਰੀਦੀਆਂ ਅਤੇ ਉਹਨੂੰ ਵੇਚਣ ਦੇ ਲਈ, ਦੁਬਾਰਾ ਵੇਚਣ ਦੇ ਲਈ ਲੈ ਕੇ ਆਉਂਦੇ ਆ। ਮੰਨ ਲਓ ਅਸੀਂ ਕਿਸੇ ਹੋਲਸੇਲਰ ਕੋਲੋਂ ਗੁੱਡਸ ਖਰੀਦੀਆਂ ਅਤੇ ਅਸੀਂ ਰਿਟੇਲਰ ਆ, ਅਸੀਂ ਆ ਕੇ ਅੱਗੇ ਕਸਟਮਰ ਨੂੰ ਵੇਚ ਦਿੱਤੀਆਂ ਅਤੇ ਜਿੰਨੀਆਂ ਬਾਕੀ ਬਚ ਗਈਆਂ ਵੇਚਣ ਤੋਂ ਬਾਅਦ, ਦੈਟ ਇਜ਼ ਆਵਰ ਸਟਾਕ। ਬਟ ਇਨ ਕੇਸ ਆਫ ਇਨਵੈਂਟਰੀ, ਇਨਵੈਂਟਰੀ ਵਿੱਚ ਕੀ ਹੈ ਕਿ ਵੇਅਰ ਐਜ਼ ਦੀ ਇਨਵੈਂਟਰੀ ਇਜ਼ ਏ ਵਾਈਡ ਟਰਮ ਵਿਚ ਇਨਕਲੂਡਸ ਸਟਾਕ ਆਲਸੋ, ਦਸ ਦੀ ਇਨਵੈਂਟਰੀ ਇਨਕਲੂਡਸ ਦੀ ਫੋਮੀ। ਕਹਿੰਦਾ ਹੈ ਕਿ ਜਿਹੜੀ ਇਨਵੈਂਟਰੀ ਹੈ, ਇਨਵੈਂਟਰੀ ਇੱਕ ਵਾਈਡਰ ਟਰਮ ਹੈ ਸਟਾਕ ਨਾਲੋਂ। ਜੇ ਅਸੀਂ ਇਹ ਕਹਿ ਲਈਏ ਸਟਾਕ ਇਜ਼ ਏ ਪਾਰਟ ਆਫ ਇਨਵੈਂਟਰੀ, ਅਤੇ ਇਨਵੈਂਟਰੀ ਦੇ ਵਿੱਚ ਕੀ ਕੀ ਆਉਂਦਾ ਹੈ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਇਨਵੈਂਟਰੀ ਆਫ ਰਾ ਮਟੀਰੀਅਲ, ਇਨਵੈਂਟਰੀ ਆਫ ਸੈਮੀ ਫਿਨਿਸ਼ ਗੁੱਡਸ, ਇਨਵੈਂਟਰੀ ਆਫ ਫਿਨਿਸ਼ ਗੁੱਡਸ ਅਤੇ ਇਨਵੈਂਟਰੀ ਆਫ ਸਟਾਕ। ਅਸੀਂ ਸਟਾਕ ਨੂੰ ਅਲੱਗ ਪੜ੍ਹਿਆ ਸੀ, ਤਾਂ ਵੀ ਕੈਨ ਸੇ ਕਿ ਸਟਾਕ ਇਜ਼ ਪਾਰਟ ਆਫ ਇਨਵੈਂਟਰੀ, ਜਾਂ ਫਿਰ ਅਸੀਂ ਇੱਦਾਂ ਕਹਿ ਸਕਦੇ ਹਾਂ ਕਿ ਇਨਵੈਂਟਰੀ ਇਜ਼ ਏ ਵਾਈਡਰ ਟਰਮ ਦੈਨ ਸਟਾਕ। ਆਈ ਐਮ ਹੋਪਫੁਲ ਕਿ ਤੁਹਾਨੂੰ ਇਸ ਬਾਰੇ ਪਤਾ ਚੱਲ ਗਿਆ ਹੋਣਾ ਸਟਾਕ ਕੀ ਹੁੰਦਾ ਹੈ ਅਤੇ ਇਨਵੈਂਟਰੀ ਕੀ ਹੁੰਦੀ ਹੈ ਅਤੇ ਦੋਨਾਂ ਵਿੱਚ ਡਿਫਰੈਂਸ ਕੀ ਹੈ। ਆਈ ਐਮ ਹੋਪਫੁਲ ਕਿ ਇਟ ਇਜ਼ clear. Thanks for watching this video. Thank you. Jai Hind.